ਅਜਿਹਾ ਸਟੈਪ ਕਿਉਂ ਚੱਕਿਆ ਕਿ ਆਪਣੀ ਪਤਨੀ ਨੂੰ ਫੜਿਆ ਜਾਵੇ ਰੰਗੇ ਹੱਥੀਂ। ਦਰਅਸਲ ਪਿੰਡ ਦੇ ਬਾਹਰ-ਬਾਹਰ ਇੱਕ ਘਰ ਸੀ ਔਰ ਘਰ ਮੀਡੀਅਮ ਸਾਈਜ਼ ਸੀ, ਨਾ ਜ਼ਿਆਦਾ ਅਮੀਰ ਸੀ ਤੇ ਨਾ ਹੀ ਜ਼ਿਆਦਾ ਗਰੀਬ ਸੀ। ਜ਼ਿੰਦਗੀ ਦੀ ਹਰ ਜ਼ਰੂਰਤ ਨੂੰ ਪੂਰਾ ਕਰਨ ਦਾ ਸਾਜੋ ਸਮਾਨ ਉਹਨਾਂ ਦੇ ਘਰ ਦੇ ਵਿੱਚ ਮੌਜੂਦ ਸੀ। ਲੇਕਿਨ ਰਾਜੋ ਦਾ ਪਤੀ, ਰਾਜੋ ਇੱਕ ਕਾਲਪਨਿਕ ਨਾਮ ਹੈ, ਇਸ ਦਾ ਅਸਲੀ ਨਾਮ ਨਾਲ ਕੋਈ ਲੈਣ ਦੇਣ ਨਹੀਂ ਹੈ। ਰਾਜੋ ਦਾ ਪਤੀ ਮਿਹਨਤ ਕਰਦਾ ਸੀ, ਆਪਣੇ ਖੇਤਾਂ ਵਿੱਚ ਵੀ ਕਰਦਾ ਸੀ ਔਰ ਕਈ ਵਾਰ ਉਹ ਸਬਜ਼ੀ ਤੋੜ ਕੇ, ਆਪਣੇ ਖੇਤਾਂ ਦੇ ਵਿੱਚ ਬੀਜੀ ਹੋਈ ਸਬਜ਼ੀ ਨੂੰ ਤੋੜ ਕੇ ਉਹ ਮੰਡੀਆਂ ਦੇ ਵਿੱਚ ਟਰੈਕਟਰ ਟਰੈਲੀ ਲੈ ਕੇ ਜਾਂਦਾ ਹੈ ਔਰ ਘਰ ਘਰ ਜਾ ਕੇ ਮੰਡੀ ਸਮਾਨ ਸਬਜ਼ੀ ਵੇਚਦਾ ਹੈ ਔਰ ਕਈ ਵਾਰੀ ਉਸਦੇ ਘਰੋਂ ਹੀ ਲੋਕ ਆ ਕੇ ਸਬਜ਼ੀ ਲੈ ਜਾਂਦੇ ਔਰ ਪੂਰੀ ਦੀ ਪੂਰੀ ਸਬਜ਼ੀ ਨਹੀਂ ਸੀ ਲਿਜਾਂਦਾ, ਕਿਉਂਕਿ ਕਈ ਵਾਰੀ ਘਰ ਵੀ ਲੋਕ ਆਉਂਦੇ ਸੀ ਔਰ ਸਬਜ਼ੀ ਦੀ ਡਿਮਾਂਡ ਕਰਦੇ ਸੀ ਔਰ ਘਰ ਜਿਹੜੇ ਲੋਕ ਆਉਂਦੇ ਸੀ ਉਹ ਮਤਲਬ ਸਬਜ਼ੀ ਜਿਹੜੀ ਹੈ ਉਸਦੀ ਪਤਨੀ ਉਹਨਾਂ ਤੱਕ ਪਹੁੰਚਾ ਦਿੰਦੀ ਸੀ। ਲੋਕ ਆਉਂਦੇ ਸੀ, ਪੈਸੇ ਦਿੰਦੇ ਸੀ, ਸਬਜ਼ੀ ਲੈ ਕੇ ਚਲੇ ਜਾਂਦੇ ਸੀ। ਲੇਕਿਨ ਉਸੇ ਹੀ ਪਿੰਡ ਦੇ ਵਿੱਚ ਇੱਕ ਨਵਾਂ ਨੌਜਵਾਨ ਜਿਹੜਾ ਕਿ ਨਵਾਂ ਆਇਆ ਸੀ, ਉਸ ਨੌਜਵਾਨ ਨੇ ਵੀ ਸਬਜ਼ੀ ਦੀ ਡਿਮਾਂਡ ਨੂੰ ਪੂਰਾ ਕਰਨ ਵਾਸਤੇ, ਉਸ ਨੂੰ ਜਦੋਂ ਪਤਾ ਲੱਗਾ ਕਿ ਤਾਜ਼ੀਆਂ ਸਬਜ਼ੀਆਂ ਇੱਥੋਂ ਮਿਲਦੀਆਂ ਨੇ, ਉਹ ਨੌਜਵਾਨ ਵੀ ਉਸ ਦੇ ਘਰ ਚਲਾ ਗਿਆ ਔਰ ਪਹਿਲੀ ਨਜ਼ਰੇ ਜਦੋਂ ਉਸ ਨੌਜਵਾਨ ਨੇ ਉਸ ਔਰਤ ਨੂੰ ਵੇਖਿਆ ਤੇ ਅਜਿਹਾ ਪਤਾ ਨਹੀਂ ਉਸ ਦੇ ਦਿਲ ਵਿੱਚ ਕੀ ਹੋਇਆ ਕਿ ਉਹ ਔਰਤ ਵੱਲ ਹੀ ਵੇਖਦਾ ਰਹਿ ਗਿਆ। ਕਿਤੇ ਨਾ ਕਿਤੇ ਔਰਤ ਵੀ ਨਜ਼ਰਾਂ ਕਦੇ ਨੀਚੇ ਕਰਦੀ ਸੀ, ਕਦੇ ਉੱਪਰ ਕਰਦੀ ਸੀ, ਪਰ ਵਕਤ ਆਉਂਦੇ ਜਦੋਂ ਉਸ ਨੌਜਵਾਨ ਦਾ ਰੋਜ਼ ਉਸ ਦੇ ਘਰ ਆਉਣਾ ਜਾਣਾ ਹੋ ਗਿਆ ਤੇ ਉਹਨਾਂ ਦੀਆਂ ਨਜ਼ਦੀਕੀਆਂ ਵੱਧ ਗਈਆਂ। ਜਦੋਂ ਨਜ਼ਦੀਕੀਆਂ ਇਸ ਤਰ੍ਹਾਂ ਦੀਆਂ ਵੱਧਦੀਆਂ ਨੇ ਤਾਂ ਸੱਚਮੁੱਚ ਉਸ ਵੇਲੇ ਗੁਆਂਢੀਆਂ ਨੂੰ ਸਭ ਤੋਂ ਜ਼ਿਆਦਾ ਪਤਾ ਛੇਤੀ ਲੱਗਦਾ ਹੈ ਔਰ ਗੁਆਂਢੀਆਂ ਨੇ ਵੀ ਉਸ ਤੇ ਅੱਖ ਰੱਖਣੀ ਸ਼ੁਰੂ ਕਰ ਦਿੱਤੀ ਔਰ ਉਸ ਦਾ ਪਤੀ ਜਿਹੜਾ ਹੈ ਉਹ ਸਵੇਰ ਨੂੰ ਹੀ ਤੜਕੇ ਉੱਠਦਾ ਹੈ, ਸਬਜ਼ੀਆਂ ਤੋੜਦਾ ਹੈ, ਟਰੈਕਟਰ ਟਰੈਲੀ ਤੇ ਲੱਦਦਾ ਹੈ ਔਰ ਮੰਡੀ ਵੱਲ ਨੂੰ ਨਿਕਲ ਜਾਂਦਾ ਹੈ। ਆਪਣੀ ਕਈ ਵਾਰੀ ਰੋਟੀ ਨਾਲ ਲੈ ਜਾਂਦਾ, ਕਈ ਵਾਰੀ ਨਹੀਂ ਲੈ ਜਾਂਦਾ, ਚਾਹ ਥਰਮਸ ਵਿੱਚ ਪਵਾ ਕੇ ਲੈ ਜਾਂਦਾ। ਮਤਲਬ ਇਸ ਤਰ੍ਹਾਂ ਦਾ ਇਹ ਸਾਰਾ ਕੁਝ ਚੱਲਦਾ ਰਹਿੰਦਾ ਹੈ। ਲੇਕਿਨ ਜਦੋਂ ਕਿਸੇ ਦੋਸਤ ਨੇ ਉਹਨੂੰ ਦੱਸਿਆ ਕਿ ਯਾਰ ਤੂੰ ਤਾਂ ਬਾਹਰ ਆ ਜਾਂਦਾ ਹੈ, ਪਰ ਪਿੰਡ ਵਿੱਚ ਤਾਂ ਆਹ ਗੱਲ ਫੈਲੀ ਹੋਈ ਹੈ ਵੀ ਤੂੰ ਉਸ ਨੂੰ ਵੇਖ, ਉਸਨੇ ਜਦੋਂ ਇਸ ਗੱਲ ਨੂੰ ਸੁਣਿਆ ਤਾਂ ਕਾਫੀ ਗੁੱਸਾ ਆਇਆ। ਕਾਫੀ ਗੁੱਸਾ ਆਉਣ ਤੋਂ ਬਾਅਦ ਉਹ ਨੌਜਵਾਨ ਜਿਹੜਾ ਸੀਗਾ ਉਹ ਬਕਾਇਦਾ ਤੌਰ ਤੇ ਕਿਤੇ ਨਾ ਕਿਤੇ ਗੁੱਸੇ ਵਿੱਚ ਨਜ਼ਰ ਆਇਆ। ਉਸਨੇ ਇੱਕ ਦਿਨ ਕੀ ਕੀਤਾ ਕਿ ਬਿਨਾਂ ਕਿਸੇ ਨੂੰ ਦੱਸੇ ਉਸਨੇ ਕਿਹਾ ਕਿ ਅੱਜ ਮੈਂ ਰਿਸ਼ਤੇਦਾਰੀ ਵਿੱਚ ਜਾਵਾਂਗਾ। ਰਿਸ਼ਤੇਦਾਰੀ ਦੇ ਵਿੱਚ ਜਾਣ ਦਾ ਬਹਾਨਾ ਮਾਰਿਆ ਔਰ ਉਧਰੋਂ ਉਹ ਜਿਹੜਾ ਲੜਕਾ ਹੈ ਉਹ ਕੀਤੇ ਹੋਏ ਵਾਅਦੇ ਦੇ ਮੁਤਾਬਕ ਉਸਦੇ ਘਰ ਆਉਂਦਾ ਹੈ ਔਰ ਦੋਵੇਂ ਅੰਦਰੋਂ ਕੁੰਡੀ ਲਾ ਕੇ ਰੰਗ ਰਲੀਆਂ ਮਨਾਉਣੀਆਂ ਸ਼ੁਰੂ ਕਰ ਦਿੰਦੇ ਨੇ। ਲੇਕਿਨ ਜਦੋਂ ਤੱਕ ਉਸ ਦਾ ਪਤੀ ਆਉਂਦਾ ਹੈ ਤਾਂ ਉਹ ਲੋਕ ਜਿਹੜੇ ਨੇ ਉਹ ਅਲੱਗ-ਅਲੱਗ ਹੋ ਚੁੱਕੇ ਨੇ। ਹੁਣ ਇੱਥੇ ਅੱਜ ਉਹ ਬਚ ਗਿਆ, ਪਰ ਉਸਨੇ ਮਤਲਬ ਇਸ ਗੱਲ ਦਾ ਪਤਾ ਨਹੀਂ ਲੱਗਣ ਦਿੱਤਾ ਕਿ ਕੀ ਹੋਇਆ ਜਾਂ ਕੀ ਨਹੀਂ ਹੋਇਆ। ਪਰ ਦੂਸਰੇ ਦਿਨ ਉਸੇ ਹੀ ਵਕਤ ਉਸਨੇ ਕੁਛ ਨਾ ਕੁਛ ਇਹੋ ਜਿਹੇ ਸਾਧਨ ਦਾ ਇਸਤੇਮਾਲ ਕੀਤਾ ਕਿ ਕੈਮਰਾ ਜਿਹੜਾ ਹੈ ਰੌਸ਼ਨਦਾਨ ਦੇ ਵਿੱਚ ਲਗਾ ਦਿੱਤਾ ਗਿਆ, ਮੋਬਾਈਲ ਔਰ ਨਾਲ ਉਸਦੇ ਮਤਲਬ ਲੀਡ ਲਗਾ ਦਿੱਤੀ ਗਈ ਤਾਂ ਕਿ ਚਾਰਜ ਜਿਹੜਾ ਉਹ ਖਤਮ ਨਾ ਹੋਵੇ ਔਰ ਆਪ ਕਿਤੇ ਜਾ ਕੇ ਦੂਰ ਬੈਠ ਗਿਆ। ਜਦੋਂ ਪੂਰਾ ਦਿਨ ਬੀਤਿਆ ਉਸਨੇ ਆ ਕੇ ਵੇਖਿਆ ਕਿ ਸਾਰਾ ਕੁਝ ਠੀਕ ਹੈ ਔਰ ਜਦੋਂ ਉਸਨੇ ਕੈਮਰੇ ਦੇ ਵਿੱਚ ਆਪਣੀ ਹੀ ਪਤਨੀ ਨੂੰ ਗੈਰ ਮਰਦ ਦੇ ਨਾਲ ਇੱਕੋ ਬੈੱਡ ਉੱਪਰ ਰੰਗ ਰਲੀਆਂ ਮਨਾਉਂਦੇ ਹੋਏ ਵੇਖਿਆ ਤੇ ਉਸਦੇ ਹੋਸ਼ ਉੱਡ ਗਏ। ਉਸਨੇ ਪਤਨੀ ਨੂੰ ਦੱਸਿਆ ਕਿ ਮੈਨੂੰ ਇਸ ਤਰ੍ਹਾਂ ਦੀਆਂ ਗੱਲਾਂ ਦਾ ਪਤਾ ਲੱਗਦਾ ਹੈ, ਲੇਕਿਨ ਪਤਨੀ ਉਸ ਪੈਰਾਂ ਤੇ ਪਾਣੀ ਪੈਣ ਨਹੀਂ ਸੀ ਦੇ ਰਹੀ। ਉਹ ਮੁੱਕਰ ਗਈ ਕਿ ਇਹੋ ਜਿਹਾ ਕੁਝ ਨਹੀਂ ਹੈ। ਲੇਕਿਨ ਰਿਸ਼ਤੇਦਾਰਾਂ ਨੂੰ ਵੀ ਉਸਨੇ ਦੱਸਿਆ ਕਿ ਇਸ ਤਰ੍ਹਾਂ ਦੀਆਂ ਖਬਰਾਂ ਨੇ। ਕਿਸੇ ਵੀ ਰਿਸ਼ਤੇਦਾਰ ਨੇ ਉਸ ਤੇ ਵਿਸ਼ਵਾਸ ਨਹੀਂ ਕੀਤਾ, ਉਲਟਾ ਉਸ ਨੂੰ ਦੋਸ਼ੀ ਕਰਾਰ ਦੇਣਾ ਸ਼ੁਰੂ ਕਰ ਦਿੱਤਾ ਹੈ। ਉਸ ਸ਼ਖਸ ਨੇ ਕੀ ਕੀਤਾ ਕਿ ਇੱਕ ਦਿਨ ਸਾਰੇ ਰਿਸ਼ਤੇਦਾਰ ਬੁਲਾ ਲਏ ਔਰ ਉਸਨੇ ਕਿਹਾ ਕਿ ਅਸੀਂ ਗੱਲ ਕਰਨੀ ਹੈ। ਜਦੋਂ ਗੱਲ ਕਰਨ ਲੱਗੇ ਤਾਂ ਉਹ ਪਤਨੀ ਪੈਰਾਂ ਤੇ ਪਾਣੀ ਪੈਣ ਨਾ ਦੇਵੇ ਔਰ ਜਦੋਂ ਫਿਰ ਉਸ ਸ਼ਖਸ ਨੇ ਭਰੀ ਮਹਿਫਲ ਦੇ ਵਿੱਚ ਵੀਡੀਓ ਦਿਖਾਈ ਤਾਂ ਸਾਰਿਆਂ ਦੇ ਹੋਸ਼ ਉੱਡ ਗਏ। ਮੈਂ ਆਪਣੇ ਇਹ ਮੋਢਿਆਂ ਤੇ ਗੋਡਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫੀ ਰਿਲੀਫ ਮਿਲਿਆ 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤੇ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ। ਸਿਰਫ 2.5-3 ਮਹੀਨੇ ਇਹ 125 ਬਿਮਾਰੀਆਂ ਤੱਕ ਦਾ ਇਲਾਜ ਕਰ ਸਕਦਾ ਹੈ। ਫੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਛ ਦਿਨਾਂ ਤੋਂ ਮੈਨੂੰ ਬਾਲਾਂ ਦੀ ਬੜੀ ਸਮੱਸਿਆ ਸੀ। ਮੇਰੇ ਬਾਲ ਝੜਨੇ ਸ਼ੁਰੂ ਹੋ ਗਏ ਸੀ।
ਮੈਨੂੰ ਮੇਰੇ ਦੋਸਤ ਨੇ ਆਇਲ ਫੀ ਰਿਲੀਫ ਵਾਲੇ ਦੱਸਿਆ। ਮੈਂ ਇਹ ਤੇਲ 3 ਕੁ ਮਹੀਨੇ ਲਾਣਾ ਆਪਣੇ ਸਿਰ ਤੇ ਅਪਲਾਈ ਕੀਤਾ। ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ। ਤੇ ਮੇਰੇ ਵਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ। ਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਣਾ ਨਾ ਭੁੱਲੋ। ਕਿਤੇ ਨਾ ਕਿਤੇ ਅਸੀਂ ਆਪਣੇ ਬਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ ਕਿ ਸੋਸਾਇਟੀ 'ਚ ਬੈਠੇ ਹਾਂ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਏ, ਪਰ ਥੈਂਕਸ ਟੂ ਫ੍ਰੀ ਲੀਫ ਜਿਹਨੇ ਮੇਰਾ ਇਹ ਕੌਨਫੀਡੈਂਸ ਬਿਲਡ ਕੀਤਾ, ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੌਨਫੀਡੈਂਟ ਹਾਂ ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ। ਅਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਅਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ। ਇਹ ਯੂਜ਼ ਕਰੋ ਅਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ।